ਜਿਹੜਾ ਮੌਲਵੀ ਦਾ ਝਗੜਾ ਪਿਆ ਇਹੀ ਪਿਆ। ਉਹ ਬਿਲਾਲ ਨੇ ਔਰ ਜਿਹੜਾ ਪ੍ਰੋਡਿਊਸਰ ਨੇ ਕਿਹਾ ਜੀ ਗੱਲ ਹੈ ਅਸੀਂ 30% ਤੋਂ ਉੱਤੇ ਨਹੀਂ ਦੇਣਾ। ਉਹ ਜਿਹੜੇ ਮੰਨ ਗਏ ਉਹ ਲੱਗ ਗਈ। ਜੇ ਬਾਕੀ ਜਿਹੜੇ ਅਸਲ ਸਨ ਜਿਹੜੇ ਮੇਨ ਸਿਨੇਮੇ ਸਨ ਨਹੀਂ ਲੱਗੇ ਸਾਡੀ, ਯਾਨੀ 130 ਫਿਲਮਾਂ ਦੇ 130 ਸਿਨੇਮਾ ਦੇ ਵਿੱਚੋਂ ਮੇਰੇ ਖਿਆਲ ਹੈ 40 ਸਕਰੀਨਾਂ ਦੇ ਉੱਤੇ ਫਿਲਮ ਲੱਗੀ। 90 ਸਕਰੀਨਾਂ ਦੇ ਉੱਤੇ ਫਿਲਮ ਹੀ ਨਹੀਂ ਲੱਗੀ। ਅਗਰ 90 ਸਕਰੀਨਾਂ 'ਤੇ ਵੀ ਲੱਗੀ ਹੁੰਦੀ ਸਰ ਤੇ ਤਾਂ ਪਹਿਲਾਂ ਵੀ 30 ਕਰੋੜ ਰੁਪਏ ਦਾ ਹੁੰਦਾ। ਇਸ ਵੇਲੇ ਜਿਹੜਾ ਸਿਨੇਮਾ ਹੈ ਇਹਨੇ ਸਰ ਪ੍ਰੋਡਿਊਸਰ ਨੂੰ ਮਾਰ ਦਿੱਤਾ। ਤਾਰੀਖ ਇਹ ਵੇਖ ਕੇ ਸਾਡੇ ਜਿਹੜਾ ਦੌਰ ਸੀ ਉਸ ਵੇਲੇ ਵਿੱਚ ਫਿਲਮ ਸ਼ੁਰੂ ਹੁੰਦੀ ਸੀ ਤੇ ਫਿਲਮ ਅਗਰ ਫਲਾਪ ਵੀ ਹੁੰਦੀ ਸੀ ਦੂਸਰੇ ਦਿਨ ਪ੍ਰੋਡਿਊਸਰ ਨਵੀਂ ਫਿਲਮ ਦੀ ਓਪਨਿੰਗ ਕਰਦਾ ਸੀ। ਅੱਛਾ, ਉਹਦੀ ਵਜ੍ਹਾ ਇਹ ਸੀ, ਉਹਦੀ ਵਜ੍ਹਾ ਸਿਰਫ ਸਿਨੇਮਾ ਓਨਰ ਸੀ। ਸਿਨੇਮਾ ਓਨਰ ਜਿਹੜਾ ਸਰ ਜਿਸ ਵੇਲੇ ਫਿਲਮ ਲੱਗਦੀ ਸੀ ਹਫਤਾ ਜਿਸ ਵੇਲੇ ਖਤਮ ਹੁੰਦਾ ਸੀ ਜੁਮਰਾਤ ਨੂੰ ਆਖਰੀ ਸ਼ੋਅ ਤੋਂ ਬਾਅਦ ਹਿਸਾਬ ਬਣ ਜਾਂਦਾ ਸੀ ਔਰ ਜੁਮਰਾਤ ਦੇ ਲਾਸਟ ਸ਼ੋਅ ਦੇ ਉੱਤੇ 12 ਵਜੇ ਉਹਨੂੰ ਪੈਸੇ ਕੈਸ਼ ਦੇ ਦਿੰਦੇ ਸਰ ਕਿਆ ਤੇਰੇ ਪੈਸੇ, ਉਹ ਅੱਗੇ ਕੰਮ ਸ਼ੁਰੂ ਕਰ ਦਿੰਦਾ ਸੀ। ਹੁਣ ਅਲੀ ਅਜ਼ਮਤ ਨੇ ਅਲੀ ਜ਼ਫਰ ਉਹਨੇ ਫਿਲਮ ਬਣਾਈ ਟਿਫ ਐਂਡ ਟਰਬਲ, ਸੁਪਰ ਹਿੱਟ ਫਿਲਮ ਹੋਈ, 39 ਕਰੋੜ ਰੁਪਏ ਦਾ ਬਿਜ਼ਨਸ ਹੋਇਆ, ਉਹਦਾ 3 ਕਰੋੜ ਰੁਪਏ ਦਾ ਲਾਸ। ਇਸ ਤਰੀਕੇ ਨਾਲ ਪ੍ਰੋਡਿਊਸਰ ਜਿਹੜਾ ਸਰ ਉਹ ਡਿਸਟਰਬ ਹੋ ਗਿਆ। ਲਿਹਾਜ਼ਾ ਤੁਸੀਂ ਦੇਖੋ ਕਿ ਸਾਡੀ ਤਾਂ ਇੱਕ ਫਿਲਮ ਸੁਪਰ ਹਿੱਟ ਹੁੰਦੀ ਸੀ 10 ਫਿਲਮਾਂ ਸ਼ੁਰੂ ਹੋਣੀਆਂ, ਹੁਣ ਉੱਥੇ ਨਾਮਾਲੂਮ ਅਫਰਾਜ ਸ਼ੁਰੂ ਹੋਈ ਤੇ ਫਿਲਮਾਂ ਸ਼ੁਰੂ ਹੋਈਆਂ, ਲੇਕਿਨ ਸਿਨੇਮੇ ਨੇ ਉਹ ਜਿਹੜਾ ਮੂੰਹ ਖੋਲ੍ਹਿਆ ਸੀ ਹੌਲੀ ਹੌਲੀ ਉਹ ਹੌਲੀ ਪਤਾ ਪ੍ਰੋਡਿਊਸਰ ਮਰਦਾ ਰਿਹਾ। ਇਹ ਪਲਾਂਟਡ ਡਰਾਮੇ ਆ ਰਹੇ ਨੇ ਕਿ ਸਾਲੀ ਦੇ ਨਾਲ ਇਸ਼ਕ ਚੱਲ ਰਿਹਾ ਆਪਣਾ ਬਹਿਨੋਈ ਦਾ, ਅੱਛਾ ਹੱਦ ਕਿ ਦਾਮਾਦ ਦਾ ਅਤੇ ਸੱਸ ਦਾ ਚੱਲ ਰਿਹਾ, ਹੁਣ ਤਾਂ ਸੱਸ ਔਰ ਸਹੁਰੇ ਦਾ ਯਾਨੀ ਸੰਬੰਧੀ ਦੇ ਵੀ ਚੱਲਣ ਲੱਗ ਪਏ ਨੇ। ਕੋਈ ਰਿਸ਼ਤਾ ਰਹਿ ਹੀ ਨਹੀਂ ਗਿਆ। ਇਹਨਾਂ ਜਿਹੜੀ ਆਕਸੀਜਨ ਚੇਨ ਨੇ ਸਾਡੇ ਨਾਲ ਨਹੀਂ ਨੇ ਕੋਆਪਰੇਟ ਕੀਤਾ। ਇਹਨਾਂ ਦੇ ਬਾਰੇ ਮੇਰੇ ਕੋਲ ਰਿਪੋਰਟ ਆਈ ਹੈ ਕਿ ਇਹ ਜਿਹੜੇ ਸਿਨੇਮਾ ਨੇ ਇਹ ਬੇਸਿਕਲੀ ਇਹਨਾਂ ਦੇ ਇਨਵੈਸਟਰ ਜਿਹੜਾ ਹੈ ਸ਼ੇਅਰ ਹੋਲਡਰ ਜਿਹੜਾ ਉਹ ਇੰਡੀਅਨ, ਇਹ ਅੱਗੇ ਪਪਟਸ ਨੇ, ਇਹ ਹੁਣ ਜੋ ਮਾਲਕ ਬਣੇ ਨੇ ਕਿ ਕੋਈ ਜਗ੍ਹਾ ਦੀ, ਲੇਕਿਨ ਇਨਵੈਸਟ ਸਾਰੇ ਇਹਨਾਂ ਨੇ ਸੰਗੋਦੀ ਹੈ। ਲਿਹਾਜ਼ਾ ਉਹ ਉਹਨਾਂ ਦੀ ਪਾਲਿਸੀ ਦੇ ਮੁਤਾਬਕ ਚੱਲਦੇ ਨੇ ਔਰ ਉਹਨਾਂ ਦੀ ਪਾਲਿਸੀ ਇਹ ਵੇ ਕਿ ਪਾਕਿਸਤਾਨ ਫਿਲਮ ਇੰਡਸਟਰੀ ਦੀ ਜਿਹੜੀ ਜ਼ਾਤੀ ਪ੍ਰੋਡਕਸ਼ਨ ਉਹ ਖਤਮ ਹੋ ਜਾਏ ਔਰ ਇਹ ਸਾਨੂੰ ਮੰਡੀ ਮਿਲ ਜਾਏ। ਅੱਛਾ ਸਰ, ਇਹ ਪਿਛਲੇ ਕੁਝ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਇੰਡਸਟਰੀ ਚੂँकि ਨਵੀਂ ਡਿਵੈਲਪ ਹੋ ਰਹੀ ਹੈ ਔਰ ਕਰਾਚੀ ਤੋਂ ਬਹੁਤ ਅੱਛੀ ਪ੍ਰੋਡਕਸ਼ਨਸ ਸ਼ੁਰੂ ਹੋਈਆਂ ਔਰ ਸਿਨੇਮਾ ਤੱਕ ਪਹੁੰਚੀਆਂ, ਉਹਨਾਂ 'ਚੋਂ ਫਿਲਮਾਂ ਅੱਛੀਆਂ ਵੀ ਗਈਆਂ, ਲੇਕਿਨ ਉਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਕਿ ਲੈਜੈਂਡ ਮੌਲਾ ਜੱਟ। ਔਰ ਉਹ ਇਹ ਕੀ ਫ਼ਰਕ ਮਹਿਸੂਸ ਕਰ ਰਹੇ ਹੋ ਸਿਨੇਮਾ ਦਾ, ਕੋਈ ਟੈਂਪੋ ਦਾ, ਕੋਈ ਸਕਰੀਨ ਪਲੇ ਦਾ ਜਾਂ ਕਿਸੇ ਲੈਂਗੁਏਜ ਦਾ? ਖੁਦ ਤਾਰੀਫ ਹੀ ਅੱਛੀ ਨਹੀਂ ਹੁੰਦੀ, ਲੇਕਿਨ ਮੈਂ ਅੱਗੇ ਕਹਿੰਦਾ ਨਾ ਕਿ ਇੱਕ ਹੁੰਦੀ ਤਾਰੀਫ ਕਰਨਾ ਅਤੇ ਇੱਕ ਹੁੰਦਾ ਤਾਰੀਖ। ਅਗਰ ਤਾਰੀਖ ਲਿਖੋਗੇ, ਤਾਰੀਖ ਜਿਹੜੀ ਹੈ ਉਹ ਰਿਆਇਤ ਨਹੀਂ ਕਰਦੀ ਕਿਸੇ ਨਾਲ। ਉਹਦੇ ਵਿੱਚ ਮੇਰੀ ਤਾਰੀਫ ਹੋ ਜਾਏ ਤਾਂ ਉਹ ਤਾਰੀਖ ਸਮਝ ਕੇ ਉਹਨੂੰ ਕਬੂਲ ਕਰਨਾ, ਨਾ ਹੋਵੇ ਤਾਂ ਉਹ ਬਾਅਦ ਦੀ ਗੱਲ। ਤਾਰੀਖ ਇਹ ਵੇ ਕਿ ਸਾਡੇ ਜਿਹੜਾ ਦੌਰ ਸੀ ਉਸ ਵੇਲੇ ਵਿੱਚ ਫਿਲਮ ਸ਼ੁਰੂ ਹੁੰਦੀ ਸੀ ਤੇ ਫਿਲਮ ਅਗਰ ਫਲਾਪ ਵੀ ਹੁੰਦੀ ਸੀ ਦੂਸਰੇ ਦਿਨ ਪ੍ਰੋਡਿਊਸਰ ਨਵੀਂ ਫਿਲਮ ਦੀ ਓਪਨਿੰਗ ਕਰਦਾ ਸੀ। ਅੱਛਾ, ਉਹਦੀ ਵਜ੍ਹਾ ਇਹ ਸੀ, ਉਹਦੀ ਵਜ੍ਹਾ ਸਿਰਫ ਸਿਨੇਮਾ ਓਨਰ ਸੀ। ਸਿਨੇਮਾ ਓਨਰ ਜਿਹੜਾ ਸਰ ਜਿਸ ਵੇਲੇ ਫਿਲਮ ਲੱਗਦੀ ਸੀ ਹਫਤਾ ਜਿਸ ਵੇਲੇ ਖਤਮ ਹੁੰਦਾ ਸੀ ਜੁਮਰਾਤ ਨੂੰ ਆਖਰੀ ਸ਼ੋਅ ਤੋਂ ਬਾਅਦ ਹਿਸਾਬ ਬਣ ਜਾਂਦਾ ਸੀ ਔਰ ਜੁਮਰਾਤ ਦੇ ਲਾਸਟ ਸ਼ੋਅ ਦੇ ਉੱਤੇ 12 ਵਜੇ ਉਹਨੂੰ ਪੈਸੇ ਕੈਸ਼ ਦੇ ਦਿੰਦੇ ਸਰ ਕਿਆ ਤੇਰੇ ਪੈਸੇ, ਉਹ ਅੱਗੇ ਕੰਮ ਸ਼ੁਰੂ ਕਰ ਦਿੰਦਾ ਸੀ। ਇਸ ਵੇਲੇ ਜਿਹੜਾ ਸਿਨੇਮਾ ਹੈ ਇਹਨੇ ਸਰ ਪ੍ਰੋਡਿਊਸਰ ਨੂੰ ਮਾਰ ਦਿੱਤਾ। ਪਹਿਲੀ ਗੱਲ ਤਾਂ ਇਹ ਵੇ ਕਿ ਫਿਲਮ ਪ੍ਰੋਡਿਊਸਰ ਬਣਾਉਂਦਾ ਤਾਂ 50% ਦਾ ਪਾਰਟਨਰ ਹੈ ਉਹਦੇ ਬਗੈਰ ਕਿਸੇ ਵਜ੍ਹਾ ਤੋਂ। ਸਾਡੇ ਦੌਰ 'ਚ ਕੀ ਹੁੰਦਾ ਸੀ, ਸਿਨੇਮਾ ਕਿਰਾਇਆ ਲੈਂਦਾ ਸੀ, ਕਿਸੇ ਦਾ 10,000 ਸੀ, ਕਿਸੇ ਦਾ 20,000 ਸੀ, ਕਿਸੇ ਦਾ 25,000 ਸੀ, ਜਿਹੋ ਜਿਹਾ ਸਿਨੇਮਾ ਹੁੰਦਾ ਸੀ ਉਹੋ ਜਿਹਾ ਕਿਰਾਇਆ ਹੁੰਦਾ ਸੀ। ਉਹ ਪ੍ਰੋਡਿਊਸਰ ਦੀ ਮਰਜ਼ੀ ਸੀ ਕਿੰਨਾ ਮਰਜ਼ੀ ਚਲਾਉਂਦਾ। ਹੁਣ ਇਹ ਵੇ ਕਿ ਜੀ 50% ਅਸੀਂ ਲਵਾਂਗੇ ਜੀ, 50% ਤੁਹਾਡਾ ਹੋਏਗਾ। ਅੱਛਾ ਚਲੋ, ਹਾਲਾਂ ਤੁਸੀਂ ਬੰਗਲਾਦੇਸ਼ 'ਚ ਵੇਖੋ, ਉਹ ਲੋਕਲ ਜਿਹੜੀ ਉਹਨਾਂ ਦੀ ਜ਼ਾਤੀ ਫਿਲਮ ਹੁੰਦਾ 30% ਹੈ, ਬਾਹਰ ਦੀ ਫਿਲਮ ਵਾਸਤੇ 50% ਹੈ। ਇੰਡੀਆ ਦੇ ਵਿੱਚ ਦੇਖ ਲਓ, ਵੱਡੇ ਤੋਂ ਵੱਡੀ ਫਿਲਮ 30% ਹੈ, ਬਾਹਰ ਦੀ ਫਿਲਮ ਹੈ 50%। ਇੱਥੇ ਕਿਉਂ ਨਹੀਂ ਹੁੰਦਾ? ਨਹੀਂ ਕੀਤਾ। ਹੁਣ ਜਿਹੜਾ ਮੌਲਾ ਜੱਟ ਦਾ ਝਗੜਾ ਪਿਆ ਇਹੀ ਪਿਆ। ਉਹ ਬਿਲਾਲ ਨੇ ਔਰ ਜਿਹੜਾ ਪ੍ਰੋਡਿਊਸਰ ਨੇ ਕਿਹਾ ਜੀ ਗੱਲ ਹੈ ਅਸੀਂ 30% ਤੋਂ ਉੱਤੇ ਨਹੀਂ ਦੇਣਾ। ਉਹ ਜਿਹੜੇ ਮੰਨ ਗਏ ਉਹ ਲੱਗ ਗਈ। ਜੇ ਬਾਕੀ ਜਿਹੜੇ ਅਸਲ ਸਨ ਜਿਹੜੇ ਮੇਨ ਸਿਨੇਮੇ ਸਨ ਨਹੀਂ ਲੱਗੇ ਸਾਡੀ, ਯਾਨੀ 130 ਫਿਲਮਾਂ ਦੇ 130 ਸਿਨੇਮਾ ਦੇ ਵਿੱਚੋਂ ਮੇਰੇ ਖਿਆਲ ਹੈ 40 ਸਕਰੀਨਾਂ ਦੇ ਉੱਤੇ ਫਿਲਮ ਲੱਗੀ। 90 ਸਕਰੀਨਾਂ ਦੇ ਉੱਤੇ ਫਿਲਮ ਹੀ ਨਹੀਂ ਲੱਗੀ। ਅਗਰ 90 ਸਕਰੀਨਾਂ 'ਤੇ ਵੀ ਲੱਗੀ ਹੁੰਦੀ ਸਰ ਤੇ ਤਾਂ ਪਹਿਲਾਂ ਵੀ 30 ਕਰੋੜ ਰੁਪਏ ਦਾ ਹੁੰਦਾ। ਅਤੇ 40 ਸਕਰੀਨਾਂ 'ਤੇ ਲੱਗ ਕੇ ਇੱਕ ਵੀਕ ਦਾ ਉਹਦਾ ਜਿਹੜਾ ਗਰਾਸ ਹੈ ਉਹ 20 ਕਰੋੜ ਹੈ ਅਤੇ ਜੁੰਮਾ ਅਤੇ ਹਫਤਾ 2 ਦਿਨ 6 ਕਰੋੜ ਦੇ। ਅਤੇ ਕਹਿਣ ਦਾ ਮਕਸਦ ਇਹ ਵੀ ਕਿ ਸਿਨੇਮਾ ਓਨਰ ਇੱਕ ਤਾਂ 50% ਮੰਗਦਾ ਹੈ, ਇੱਕ ਜਿਹੜਾ ਪੈਸਾ ਕਹਿੰਦਾ ਜੀ ਉਹ 3 ਮਹੀਨੇ ਤੋਂ ਬਾਅਦ ਦਾ ਚੈੱਕ ਮਿਲੇਗਾ। ਵਾਏ
ਤੁਸੀਂ ਫਿਲਮ ਵੇਖਣ ਜਾਂਦੇ ਹੋ 1500 ਦੀ ਟਿਕਟ ਕੈਸ਼ ਦਿੰਦੇ ਹੋ, ਉਹਨਾਂ ਕੋਲ ਕੈਸ਼ 3 ਮਹੀਨੇ ਦਾ ਕੈਸ਼ ਇਕੱਠਾ ਕੋਲ ਰੱਖ ਕੇ ਉਹ ਹੁਣ ਕੀ ਕਰਦੇ ਨੇ, ਉਸ ਪੈਸੇ ਦੇ ਨਾਲ ਉਹ 4-5 ਕਰੋੜ 10 ਕਰੋੜ ਜਿੰਨਾ ਵੀ ਉਹਨਾਂ ਕੋਲ ਸ਼ੇਅਰ ਹੈ ਉਸ ਦੇ ਨਾਲ ਸਾਰਾ ਬਿਜ਼ਨਸ ਕਰਦੇ ਗਏ ਨੇ, ਜਾਂ ਸ਼ੇਅਰ ਖਰੀਦ ਲੈਣਗੇ ਜਾਂ ਕਿਸੇ ਚੀਜ਼ 'ਚ ਹੋਰ ਜਗ੍ਹਾ ਇਨਵੈਸਟ ਕਰ ਦੇਣੇ, ਉਹਦੇ ਪ੍ਰੋਫਿਟ ਦੇ ਵਿੱਚੋਂ ਉਹਨਾਂ ਨੇ ਤੁਹਾਨੂੰ ਚੈੱਕ ਦੇਣਾ, ਜਿਹੜਾ ਤੁਹਾਡਾ 15 ਕਰੋੜ ਹੈ ਉਹ ਕੈਸ਼ ਉਹਨਾਂ ਦੇ ਕੋਲ ਹੀ ਰਹਿਣਾ। ਉਹ ਕਦੀ 3 ਮਹੀਨੇ ਦਾ ਚੈੱਕ ਦੇ ਦੇਣਗੇ, ਕਦੀ 2 ਮਹੀਨੇ ਦਾ, ਅਗਰ ਨਹੀਂ ਪ੍ਰੋਫਿਟ ਆਇਆ ਤਾਂ ਉਹ ਡਿਸਆਨਰ ਹੋ ਜਾਏਗਾ, ਯਾਰ ਮਹੀਨੇ ਬਾਅਦ ਕਰਾ ਲਈ। ਇਸ ਤਰੀਕੇ ਨਾਲ ਪ੍ਰੋਡਿਊਸਰ ਜਿਹੜਾ ਸਰ ਉਹ ਡਿਸਟਰਬ ਹੋ ਗਿਆ। ਲਿਹਾਜ਼ਾ ਤੁਸੀਂ ਦੇਖੋ ਕਿ ਸਾਡੀ ਤਾਂ ਇੱਕ ਫਿਲਮ ਸੁਪਰਹਿੱਟ ਹੁੰਦੀ ਸੀ, 10 ਫਿਲਮਾਂ ਸ਼ੁਰੂ ਹੋਣੀਆਂ ਸਨ, ਹੁਣ ਉੱਥੇ ਨਾਮਾਲੂਮ ਅਫਰਾਜ਼ ਸ਼ੁਰੂ ਹੋਈ ਅਤੇ ਫਿਲਮਾਂ ਸ਼ੁਰੂ ਹੋਈਆਂ, ਲੇਕਿਨ ਸਿਨੇਮੇ ਨੇ ਉਹ ਜਿਹੜਾ ਮੂੰਹ ਖੋਲ੍ਹਿਆ ਸੀ ਹੌਲੀ ਹੌਲੀ ਉਹ ਹੌਲੀ ਹੌਲੀ ਪਤਾ ਪ੍ਰੋਡਿਊਸਰ ਮਰਦਾ ਰਿਹਾ। ਹੁਣ ਅਲੀ ਜ਼ਫਰ ਉਹਨੇ ਫਿਲਮ ਬਣਾਈ ਥੀਫ ਐਂਡ ਟਰਬਲ, ਸੁਪਰਹਿੱਟ ਫਿਲਮ, 39 ਕਰੋੜ ਰੁਪਏ ਦਾ ਬਿਜ਼ਨਸ ਹੈ, ਉਹਦਾ 3 ਕਰੋੜ ਰੁਪਏ ਦਾ ਲਾਸ। ਓਹੋ, ਇਹੀ ਸੁਣਨਾ ਚਾਹੁੰਦਾ। ਅੱਛਾ, ਇਹ ਉਹਦੀ ਵਜ੍ਹਾ ਕਿ ਮੁਨਾਫਲੀ ਨਹੀਂ ਨਾ, ਮੁਨਾਫਲੀ ਤੋੜੀ ਨਾ ਲੈ ਜਿਹੜਾ ਮੌਲਾ ਜੱਟ ਨੇ ਨਹੀਂ ਲਾਈ ਉਹਨਾਂ ਨੇ। ਉਸ ਤੋਂ ਬਾਅਦ ਜਿਸ ਵੇਲੇ ਫਿਲਮ ਸੁਪਰਹਿੱਟ ਹੋ ਗਈ, ਜਿਸੇ ਬਾਹਰ ਉਹਨਾਂ ਨੇ ਰਿਪੋਰਟਾਂ ਪੜ੍ਹੀਆਂ ਨੇ, ਸ਼ੇਅਰ ਸੁਣੇ ਨੇ, ਉਹਨਾਂ ਦੇ ਮੂੰਹ 'ਚ ਪਾਣੀ ਦੁਬਾਰਾ ਆਏ ਨੇ, ਉਹਨੇ ਕਿਹਾ ਨਹੀਂ ਲਾਣੀ। ਉਹੀ ਸ਼ਰਾਇਤ ਨੇ 30% ਲੈਣਾ ਤਾਂ ਲੈ ਲਓ, ਨਹੀਂ ਤਾਂ ਨਾ ਲਓ। ਉਹਨੇ ਕਿਹਾ ਨਹੀਂ 30% ਨਹੀਂ ਲੈਣਾ। ਉਹ ਕੋਈ ਥੋੜ੍ਹਾ ਉੱਤੇ ਆਇਆ ਕਿ 40% ਦੇ ਦਿਓ। ਉਹਨੇ ਕਿ ਇੱਕ ਆਨਾ ਉੱਤੇ ਨਹੀਂ ਦੇਣਾ, 30% ਹੀ ਦੇਣਾ, ਔਰ ਨਾਲ ਇਹ ਵੀ ਕਿ 20 ਖਤਮ ਹੋ ਗਏ ਮੇਰੇ ਪੈਸੇ ਦਿਓਗੇ। ਇਹ ਜਿਹੜੀ ਹੁਣ ਚੱਲ ਰਹੀ 20 ਖਤਮ ਹੁੰਦਾ, ਪੈਸੇ ਉਹਨੂੰ ਦੇ ਰਹੇ ਨੇ। ਅੱਛਾ, ਮੋਨੋਪੋਲੀ ਕਿੰਨਾ ਲੋਕਾਂ ਨੇ ਬਣਾਈ? ਸਿਨੇਮਾ ਓਨਰ ਨੇ ਬਣਾਈ। ਤੇ ਇਹ ਕੋਈ ਔਰ ਇਹ ਬੜੇ ਘੱਟ ਲੋਕਾਂ ਨੂੰ ਪਤਾ। ਦੇਖੋ ਮੇਰੇ ਕੋਲ ਜਿਹੜੀ ਰਿਪੋਰਟ ਹੋਈ ਹੈ ਕਿ ਇਹ ਜਿੰਨੇ ਰਹਿੰਦੇ ਜਦੀਦ ਸਿਨੇਮੇ, ਇਹਨਾਂ ਜਿਹੜੀ ਆਕਸੀਜਨ ਚੇਨ ਨੇ ਸਾਡੇ ਨਾਲ ਨਹੀਂ ਨਾ ਕੋਆਪਰੇਟ ਕੀਤਾ, ਇਹਨਾਂ ਦੇ ਬਾਰੇ ਮੇਰੇ ਕੋਲ ਰਿਪੋਰਟ ਆਈ ਹੈ ਕਿ ਇਹ ਜਿਹੜੇ ਸਿਨੇਮੇ ਨੇ ਇਹ ਬੇਸਿਕਲੀ ਇਹਨਾਂ ਦੇ ਇਨਵੈਸਟਰ ਜਿਹੜਾ ਹੈ, ਸ਼ੇਅਰ ਹੋਲਡਰ ਜਿਹੜਾ ਉਹ ਇੰਡੀਅਨ ਨੇ। ਅੱਛਾ, ਇਹ ਅੱਗੇ ਪਪਟਸ ਨੇ। ਇਹ ਜੋ ਮਾਲਕ ਬਣੇ ਕਿਉਂਕਿ ਜਗ੍ਹਾ ਦੀ, ਲੇਕਿਨ ਇਨਵੈਸਟਮੈਂਟ ਹੁੰਦੀ ਹੈ। ਲਿਹਾਜ਼ਾ ਉਹ ਉਹਨਾਂ ਦੀ ਪਾਲਿਸੀ ਦੇ ਮੁਤਾਬਕ ਚੱਲਦੇ ਨੇ, ਔਰ ਉਹਨਾਂ ਦੀ ਪਾਲਿਸੀ ਇਹ ਵੇ ਕਿ ਪਾਕਿਸਤਾਨ ਫਿਲਮ ਇੰਡਸਟਰੀ ਦੀ ਜਿਹੜੀ ਜ਼ਾਤੀ ਪ੍ਰੋਡਕਸ਼ਨ ਉਹ ਖਤਮ ਹੋ ਜਾਏ ਔਰ ਇਹ ਸਾਨੂੰ ਮੰਡੀ ਮਿਲ ਜਾਏ। ਹਾਂ, ਦੇਖੋ ਉਹਨਾਂ ਦੀਆਂ ਫਿਲਮਾਂ ਇੱਥੇ ਰਿਲੀਜ਼ ਲੱਗਣ। ਅਸਲ ਗੱਲ ਇਹ ਵੇ, ਇਹਦੇ ਵਿੱਚ ਹਮ ਟੀਵੀ ਦੇ ਸ਼ੇਅਰ ਵੀ ਹਨ। ਹਮ ਟੀਵੀ ਵੀ ਅੱਧਾ ਜਿਹੜਾ ਉਹਦੇ ਸ਼ੇਅਰ ਜਿਹੜਾ ਅੱਧੇ ਤੋਂ ਜ਼ਿਆਦਾ ਇੰਡੀਅਨ ਨੇ। ਇਹ ਤੁਹਾਡੇ ਸ਼ਾਇਦ ਇਲਮ ਵਿੱਚ ਹੈ ਕਿ ਨਹੀਂ? ਜੀ ਜੀ। ਇਹੀ ਵਜ੍ਹਾ ਹੈ ਕਿ ਇਸ ਵੇਲੇ ਜਿਹੜਾ ਡਰਾਮਾ ਹੈ ਉਹਨੇ ਪਾਕਿਸਤਾਨ ਦੀ ਕੌਮ ਦਾ ਬੇੜਾ ਗਰਕ ਕਰ ਦਿੱਤਾ ਹੈ। ਹਰ ਰਿਸ਼ਤੇ ਦਾ ਇਤਰਾਮ ਔਰ ਇੱਜ਼ਤ ਖਤਮ ਕਰ ਦਿੱਤੀ। ਕਿਉਂ? ਇਹ ਪਲਾਂਟਡ ਡਰਾਮੇ ਆ ਰਹੇ ਨੇ ਕਿ ਸਾਲੀ ਦੇ ਨਾਲ ਇਸ਼ਕ ਚੱਲ ਰਿਹਾ ਆਪਣਾ ਬਹਿਨੋਈ ਦਾ। ਅੱਛਾ, ਹੱਤਾ ਕਿ ਦਾਮਾਦ ਦਾ ਅਤੇ ਸੱਸ ਦਾ ਚੱਲ ਰਿਹਾ। ਹੁਣ ਤਾਂ ਸੱਸ ਔਰ ਸਹੁਰੇ ਦਾ ਯਾਨੀ ਸੰਬੰਧੀ ਦੇ ਵੀ ਚੱਲਣ ਲੱਗ ਪਏ ਨੇ। ਕੋਈ ਰਿਸ਼ਤਾ ਰਹਿ ਹੀ ਨਹੀਂ ਗਿਆ ਜਿੱਥੇ ਮਤਲਬ ਇਹ ਨਾ ਹੋਵੇ ਕਿ ਯਾਰ ਇਹ ਕੰਮ, ਇਹ ਡਰਾਮੇ ਦਾ ਇਹ ਮਤਲਬ ਤਾਂ ਨਹੀਂ। ਮੰਨ ਲਿੱਤਾ ਇਹੋ ਜਿਹੇ ਵਾਕਿਆਤ ਹੁੰਦੇ ਨੇ ਸਾਡੇ ਸੁਸਾਇਟੀ, ਲੇਕਿਨ ਸਾਡੀ ਸੁਸਾਇਟੀ ਜੋ ਕੁਝ ਹੁੰਦਾ ਜ਼ਰੂਰਤ ਨਹੀਂ ਵਿਖਾਇਆ ਜਾਂਦਾ। ਜੀ ਜੀ। ਹੁਣ ਅਸੀਂ ਸਾਰੀ ਦੁਨੀਆ ਨੂੰ ਪਤਾ ਕਿ ਸੁਹਾਗ ਰਾਤ ਜਿਹੜੀ ਹੈ ਉਹ ਕਿਸ ਤਰ੍ਹਾਂ ਮੀਆਂ ਬੀਵੀ ਮਨਾਉਂਦੇ ਨੇ, ਤਾਂ ਉਹ ਜ਼ਰੂਰਤ ਨਹੀਂ ਕਿ ਅਸੀਂ ਵਿਖਾਈਏ। ਅੱਛਾ, ਇਹਨਾਂ ਪਪਟਸ ਕੋ ਬਚਣ ਦਾ ਕੀ ਤੁਸੀਂ ਸਮਝਦੇ ਹੋ? ਪਪਟਸ ਦਾ ਬਣਨ ਦਾ ਇੱਕੋ ਹੀ ਤਰੀਕਾ ਸਰ ਜੋ ਬਿਲਾਲ ਲਸ਼ਾਰੀ ਨੇ ਇਖਤਿਆਰ ਕੀਤਾ ਕਿ ਫਿਲਮ ਬਣਾਓ, ਤੁਹਾਨੂੰ ਆਪਣੀ ਫਿਲਮ 'ਤੇ ਕਾਨਫੀਡੈਂਸ ਹੋਣਾ ਚਾਹੀਦਾ। ਅੱਛੀ ਫਿਲਮ ਬਣਾਓ। ਆਫਟਰ ਆਲ ਲਾਈ ਹੈ ਨਾ ਇਸਨੇ, ਕਿਊ ਸਿਨੇਮਾ ਵਾਲੇ ਨੇ ਲਾਈ ਹੈ ਨਾ, ਬੈਰੀ ਵਾਲਾ ਵੀ ਆਇਆ ਨਾ, 40 ਸਕਰੀਨ ਦੇ ਇਸ ਵੇਲੇ ਉਹਦਾ ਤਕਰੀਬਨ 30 ਕਰੋੜ ਦੇ ਕਰੀਬ ਸ਼ੇਅਰ ਪਹੁੰਚ ਗਿਆ। ਠੀਕ ਹੈ, ਅਤੇ ਬਾਹਰ ਦਾ ਮਿਲਾ ਕੇ ਅਤੇ 40 ਕਰੋੜ 50 ਕਰੋੜ ਰੁਪਏ ਤੇ ਆਮ ਫਿਲਮ ਵੀ ਕਰ ਲਏਗੀ ਜੀ ਜੀ। ਅਤੇ ਕੀ ਹਰਜ ਹੈ ਬਈ 20-25 ਕਰੋੜ ਰੁਪਏ ਦੀ ਫਿਲਮ ਬਣਾਓ, 30% 'ਤੇ ਲਾ ਲਓ। ਔਰ ਇਹ ਹਕੂਮਤ ਨੂੰ ਚਾਹੀਦਾ ਹੈ ਕਿ ਉਹ ਪਾਕਿਸਤਾਨ ਦੀ ਜਿਹੜੀ ਬਣੀ ਫਿਲਮ ਹੈ ਸਿਨੇਮੇ ਨੂੰ ਪਾਬੰਦ ਕਰਨ ਕਿ ਉਹ 30% 'ਤੇ ਤੁਸੀਂ ਲਾਓਗੇ, ਔਰ ਉਹ ਪ੍ਰੋਡਿਊਸਰ ਆਪ ਲਾਵੇ ਤਾਂ ਲਵੇ ਫਿਲਮ, ਤੁਸੀਂ ਨਹੀਂ ਲਾਓਗੇ। ਇੱਕ ਵਾਰੀ ਪਿਛਲੀ ਵਾਰ ਵਾਕਿਆ ਹੋਇਆ ਸੀ ਕਿ 84,000 ਦਾ ਸ਼ੋਅ ਵੀ ਕੀਤਾ ਫੈਸਲਵਾਦ ਸਿਨੇਮੇ ਨੇ। ਇਹਦੀ ਫਿਲਮ ਸੀ ਆਪਣਾ ਕਾਮਰਾਨ ਚੌਧਰੀ ਦੀ, ਅਤੇ ਸਿਨੇਮਾ ਨੇ ਲਾ ਦਿੱਤੀ ਕਿਉਂਕਿ ਇੰਡੀਅਨ ਫਿਲਮ ਆ ਗਈ। ਇਹ ਪ੍ਰੋਡਿਊਸਰ ਦੀ ਮਰਜ਼ੀ। ਦੇਖੋ ਬਾਅਦ ਫਿਲਮਾਂ ਹੋਣੀਆਂ ਨੇ ਉਹ ਕੰਟੀਨਿਊ ਕਰਦੀਆਂ ਨੇ ਲਾਂਗ ਰਨ ਵਾਸਤੇ। ਕੋਈ ਵੀ ਇਹ ਜਿਹੜੀ ਮੌਲਾ ਜੱਟ 2 ਸਾਲ ਚੱਲੀ ਸੀ, ਇੱਦਾਂ ਕੋਈ ਵੀ 25,000 ਦਾ ਹੁੰਦਾ ਸੀ, ਕੋਈ 30,000 ਦਾ ਹੁੰਦਾ ਸੀ, ਕੋਈ 18,000 ਦਾ ਹੁੰਦਾ ਸੀ, 45,000 ਦਾ ਹੁੰਦਾ ਸੀ, ਫਿਰ 26,000 ਦਾ ਹੁੰਦਾ ਸੀ। ਮਤਲਬ ਜਿਵੇਂ ਜਿਵੇਂ ਉੱਤੇ ਹੇਠ ਹੁੰਦੀ ਸੀ, ਲੇਕਿਨ ਚਲਦੀ ਉਸ ਐਕਸਟੈਂਸ਼ਨ ਫਿਗਰ ਤੋਂ ਥੱਲੇ ਨਹੀਂ ਆਈ। ਅਤੇ ਇੱਕ ਐਕਸਟੈਂਸ਼ਨ ਫਿਗਰ ਰੱਖ ਲਓ, 30% ਲਵੋ, ਐਕਸਟੈਂਸ਼ਨ ਫਿਗਰ ਰੱਖੋ ਕਿ ਅਗਰ 50,000, ਦੇਖੋ 50,000 ਰੁਪਏ ਅਗਰ ਸ਼ੇਅਰ ਕਰਦੀ ਤਾਂ ਉਹਦੇ ਵਿੱਚੋਂ 15,000 ਰੁਪਏ ਤਾਂ ਸਿਨੇਮੇ ਵੀਕ ਦਾ ਆਉਂਦਾ ਨਾ। ਚਲੋ ਤੁਸੀਂ 50,000 ਨਹੀਂ ਰੱਖਣੇ, ਤੁਸੀਂ ਲੱਖ ਲਾ ਲਓ ਕਿ ਜੀ ਤਾਂ ਸਾਡਾ ਜਿਹੜਾ ਮਹੀਨੇ ਦਾ ਖਰਚਾ ਉਹ 30,000 ਰੁਪਏ ਹੈਗਾ, ਅਤੇ ਤੁਸੀਂ ਲੱਖ ਲਾ ਲਓ। ਮਾਯੂਸ ਸਈਦ ਨੇ ਬੜੀ ਕੋਸ਼ਿਸ਼ ਕੀਤੀ। ਮੇਰੇ 1-2 ਫਿਲਮਾਂ 'ਚ ਉਹਨਾਂ ਨੇ ਕੰਮ ਕੀਤਾ। ਉਹਨਾਂ ਨੇ ਰੋਲ 'ਤੇ ਵੀ ਇਤਰਾਜ਼ ਸੀ। ਉਹਨਾਂ ਨੂੰ ਮਤਲਬ ਉਹ ਚਾਹੁੰਦੇ ਸਨ ਕਿ ਜੋ ਸੁਲਤਾਨ ਰਾਜ ਦਾ ਰੋਲ ਹੈ ਉਸ ਟਾਈਪ ਦਾ ਮੈਨੂੰ ਰੋਲ ਮਿਲੇ, ਉਹਦੇ ਮੁਕਾਬਲੇ ਦਾ ਰੋਲ ਮਿਲੇ, ਕਿਉਂਕਿ ਉਹ ਆਪਣੇ ਆਪ ਨੂੰ ਬਹੁਤ ਵੱਡਾ ਫਨਕਾਰ ਸਮਝਦਾ ਸੀ।
ਮੈਂ ਚੁੱਕੇ ਸੱਚ ਬੋਲਦਾ ਹਾਂ ਔਰ ਜੋ ਮੇਰੀ ਸਮਝ 'ਚ ਆਉਂਦਾ ਬੋਲਦਾ ਹਾਂ, ਤੁਹਾਡੇ ਭਾਵੇਂ ਚੈਨਲ ਨੂੰ ਸੂਟ ਕਰੇ ਜਾਂ ਨਾ ਕਰੇ। ਇਹ ਬੇਸਿਕਲੀ ਉੱਥੋਂ ਆਗਾਜ਼ ਹੋਇਆ ਜੰਗ ਦਾ, ਜਦੋਂ ਪਾਕਿਸਤਾਨ ਫਿਲਮ ਇੰਡਸਟਰੀ 'ਚ ਕਰਾਚੀ ਦੇ ਆਉਣ ਵਾਲੇ ਫਨਕਾਰਾਂ ਦੇ ਵਿੱਚੋਂ ਹਮਾਯੂੰ ਸਈਦ ਨੂੰ ਲੋਕਾਂ ਨੇ ਕੰਮ ਨਹੀਂ ਦਿੱਤਾ। ਮੈਂ ਓਨ ਕਰਦਾ ਉਹਨਾਂ ਨੂੰ, लेकिन ये सानू ओन नहीं करता। आज तक लोग ये कहते हैं कि जी हम जो फिल्में देख रहे हैं कराची की, मैं नहीं कहता क्योंकि मुझे अच्छी लगती हैं, वो ये कहते हैं कि यार हम एक लॉन्ग प्ले देख रहे हैं जिसमें गाने डाल दिए। ऐसा ही। और उसकी वजह सिर्फ यही है कि मैं इनसे कहता हूँ क्योंकि उनके पास राइटर जो हैं वो टीवी के हैं, और मैं टीवी और फिल्म के राइटर में एक फ़र्क, एक जुमले में आपको बताता हूँ कि टीवी का राइटर कतरे से दरिया बनाता है, फिल्म का राइटर दरिया को कूजे में बंद कर। वाह वाह। उस मेरे ओन करने वाले मैनू एक आदमी ने ओन किया ना, बिलाल लशारी ने, ਉਹਦਾ ਰਿਜ਼ਲਟ ਤੁਹਾਡੇ ਸਾਹਮਣੇ। ਲੋਕਾਂ ਨੇ ਕਿਹਾ ਕਿ ਇਹ ਜਿਹੜੀ ਫਿਲਮ ਹੈ ਉਰਦੂ 'ਚ ਕਿਉਂ ਨਹੀਂ ਬਣਾਈ। ਮੈਂ ਉਹਨਾਂ ਨੇ ਇੱਕ ਜਵਾਬ ਦਿੱਤਾ ਹੈ ਕਿ ਪੰਜਾਬੀ ਜਿਹੜੀ ਫਿਲਮ ਇੰਤਕਾਮ 'ਤੇ ਬੇਸ ਕਰਦੀ, ਉਸ ਦੇ ਵਾਸਤੇ ਇੰਤਕਾਮ ਦੀ ਜ਼ੁਬਾਨ ਚਾਹੀਦੀ। ਨਾ ਇਸ਼ਕ 'ਚ ਪੰਜਾਬੀ ਤੋਂ ਇਲਾਵਾ ਸਵਾਦ ਆਉਂਦਾ ਤੇ ਨਾ ਹੀ ਦੁਸ਼ਮਣੀ 'ਚ ਸਵਾਦ, ਦੁਸ਼ਮਣੀ 'ਚ ਨਾ ਹੀ ਪਿਆਰ ਕਰਕੇ ਮਜ਼ਾ ਆਉਂਦਾ ਤੇ ਨਾ ਹੀ ਗਾਲ ਕੱਢ ਕੇ ਮਜ਼ਾ ਆਉਂਦਾ ਉਰਦੂ 'ਚ। ਇਹ ਸਾਡੀ ਮਿੱਟੀ ਦੀ ਜ਼ੁਬਾਨ ਹੈ, ਇਹ ਸਾਡੀ ਮਾਂ ਦੀ ਜ਼ੁਬਾਨ। ਔਰ ਇਹਦਾ ਕੋਈ ਕੰਪੀਟੀਸ਼ਨ ਨਹੀਂ। ਜਿਹੜਾ ਮੈਂ ਕਹਿੰਦਾ ਨਾ ਪੰਜਾਬੀ ਤੋਂ ਰਿਵਾਈਵਲ ਹੋਏਗਾ, ਇਹ ਹੁਣ ਲੱਗੀ ਤਾਂ ਜਿਹੜਾ ਮੌਲਾ ਜੱਟ, ਔਰ ਸਾਹਮਣੇ ਸੁਲਤਾਨ ਫਿਲਮ ਲੱਗੀ ਸੀ, ਉਹਨੂੰ ਵੀ ਘਰ ਭੇਜ ਦਿੱਤਾ। ਕਿਉਂ? ਇਸ ਦੀ ਜ਼ੁਬਾਨ ਪੰਜਾਬੀ ਹੈ।